ਬੱਚੇ ਫੁੱਲਾਂ ਵਰਗੇ ਹੁੰਦੇ ਨੇ, ਨਹੀਂ ਖਾਦ ਨਸ਼ੇ ਦੀ ਪਾਈ ਦੀ। ਸਾਰੇ ਖਾਨਦਾਨ ਦਾ ਨਾਂ ਚਮਕੇ, ਧੀ ਵੱਧ ਤੋਂ ਵੱਧ ਪੜ੍ਹਾਈ ਦੀ। ਧੀ ਪੁੱਤ ਵਿੱਚ ਫਰਕ ਨਹੀਂ ਰੱਖੀਦਾ, ਡੱਬਾ ਚੂਰੀ ਦਾ ਜਦ ਖੋਲੀਦਾ। ਤੇ ਨਾ ਕੱਢੀਏ ਮਾਂ ਦੀ ਗਾਲ ਕਦੇ। ਉਹ ਜਿਹੜੀਆਂ ਅਸੀਂ ਚੀਜ਼ਾਂ ਗਾਉਂਦੇ ਆ ਉਹਨਾਂ ਨੂੰ ਸੱਚਾਈ ਵਿੱਚ, ਉਹਨਾਂ ਨੂੰ ਸਾਹਮਣੇ ਰਿਐਲਿਟੀ 'ਚ ਅੱਜ ਅਸੀਂ ਦੇਖ ਰਹੇ ਹਾਂ ਇਹ ਖੁਸ਼ੀ ਹੁੰਦੀ ਆ। ਇਹ ਜਿਹੜਾ ਵੱਡਾ ਫੰਕਸ਼ਨ ਆ ਇਹ ਮੈਂ ਮਾਣ ਨਾਲ ਕਹਿਣਾ, ਜਿਸ ਦਿਨ ਸਾਡਾ ਗਾਣਾ ਆਇਆ ਸੀ ਧੀਆਂ ਬਚਾਓ ਰੁੱਖ ਲਗਾਓ ਪਾਣੀ ਦਾ ਸਤਿਕਾਰ ਕਰੋ, ਉਸ ਗਾਣੇ ਤੋਂ ਪ੍ਰਭਾਵਿਤ ਹੋ ਕੇ ਪਿੰਦੂ ਜੌਹਲ ਸਾਹਿਬ ਮੇਰਾ ਛੋਟਾ ਵੀਰ ਆ, ਉਹਨੇ ਉਸ ਦਿਨ ਤੋਂ ਇਹ ਫੰਕਸ਼ਨ ਕਰਨਾ ਸ਼ੁਰੂ ਕੀਤਾ ਸੀਗਾ। ਕਹਿੰਦਾ ਆਪਣੇ ਘਰ ਤੋਂ ਸ਼ੁਰੂ ਕਰੋ। ਪਹਿਲਾਂ ਮੈਂ ਆਪਣੀ ਮਾਂ ਦੀ ਕਿੰਨੀ ਕਦਰ ਕਰਦਾ, ਮੈਂ ਆਪਣੀਆਂ ਭੈਣਾਂ ਨੂੰ ਕਿੰਨਾ ਪਿਆਰ ਦਿੱਤਾ, ਤੇ ਮੈਂ ਆਪਣੀ ਬੇਟੀ ਆ, ਮੇਰੀ 20 ਸਾਲ ਦੀ ਬੇਟੀ ਆ, ਮੈਂ ਉਹਨੂੰ ਆਪਣੇ ਬੇਟੇ ਦੇ ਬਰਾਬਰ ਕਿੱਥੇ ਰੱਖਦਾ, ਉਹਨੂੰ ਕੀ ਸਹੂਲਤਾਂ ਆ, ਬੇਟੀ ਨੂੰ ਕੀ ਸਹੂਲਤਾਂ। ਨੇ ਨਸ਼ੇ ਖਾਧੀਆਂ ਖੁਰਾਕਾਂ ਕੰਮ ਆਉਣੀਆਂ। ਅਸੀਂ ਤਿੰਨੋਂ ਭਰਾ ਖੁਦ ਕੋਈ ਨਸ਼ਾ ਨਹੀਂ ਕਰਦੇ। ਮੈਂ ਟੀਵੀ ਤੇ ਕਹਿ ਰਿਹਾ ਹਨਾ, ਕਦੇ ਜ਼ਿੰਦਗੀ ਕਰਕੇ ਨਹੀਂ ਛੱਡਿਆ। ਵੀ ਕਹਿੰਦੇ ਪਹਿਲਾਂ ਬੜੀ ਪੀਤੀ ਜੀ, ਕੀਤਾ ਹੀ ਨਹੀਂ ਨਸ਼ਾ, ਸੋ ਕਦੇ ਦੇਖਿਆ ਹੀ ਨਹੀਂ, ਹੱਥ ਹੀ ਨਹੀਂ ਲਾਇਆ ਕਦੇ ਹਨਾ। ਤੋਂ ਇੱਕ ਪੁੱਤਰ ਨੂੰ ਨਾ ਆਪਣੀ ਮਾਂ ਦੀ ਕਦਰ ਕਰਨੀ ਤੇ ਆਪਣੀ ਭੈਣ ਦੀ ਕਦਰ ਕਰਨੀ ਨਹੀਂ ਸਿਖਾਈ ਜਾਂਦੀ, ਉਹ ਬਾਹਰ ਦੂਜੀ ਕੁੜੀ ਦੀ ਵੀ ਕਦਰ ਨਹੀਂ ਕਰੂਗਾ। ਮੇਰੇ ਨਾਲ ਮਨਮੋਹਨ ਵਾਰਿਸ ਜੀ ਇੱਥੇ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਸੀਂ। ਵੈਸੇ ਤਾਂ ਦੇਖਦੇ ਹਾਂ ਹਮੇਸ਼ਾ ਕਿ ਜਿੰਨੇ ਵੀ ਸਮਾਜ ਨੂੰ ਕੋਈ ਸੇਧ ਦੇਣ ਦੇ ਲਈ ਕੋਈ ਗੱਲ ਹੋਵੇ ਜਾਂ ਫਿਰ ਜੇ ਸਮਾਜ ਵਿੱਚ ਬੇਟੀਆਂ ਦੀ ਗੱਲ ਹੋਵੇ, ਉਹਨਾਂ ਨੇ ਹਮੇਸ਼ਾ ਆਪਣੀ ਆਵਾਜ਼ ਜਿਹੜੀ ਬੁਲੰਦ ਕੀਤੀ ਆਪਣੇ ਗਾਣਿਆਂ ਦੇ ਰਾਹੀਂ। ਸੋ ਅੱਜ ਮੇਰੇ ਨਾਲ ਇੱਥੇ ਮੌਜੂਦ ਨੇ। ਕੁੜਕਾ ਦੇ ਵਿੱਚ ਜਿਹੜਾ ਹੈ ਕੁੜੀਆਂ ਦੀ ਲੋਹੜੀ ਪੈ ਰਹੀ ਔਰ 5100 ਕੁੜੀਆਂ ਦੀ ਲੋਹੜੀ ਪੈ ਰਹੀ। ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਮੁਬਾਰਕ। ਬਹੁਤ ਬਹੁਤ ਸ਼ੁਕਰੀਆ। ਸਾਰੇ ਜਗਬਾਣੀ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਇਹ ਬਹੁਤ ਯੂਨੀਕ ਵਿਲੱਖਣ ਪ੍ਰੋਗਰਾਮ ਆ ਆਪਣੇ ਵਿੱਚ ਹੈ ਨਾ, ਕਿਉਂਕਿ ਇਹ ਜਿੰਨੀਆਂ ਬੱਚੀਆਂ ਨੇ, ਇਹ ਨਵਜੰਮੀਆਂ ਬੱਚੀਆਂ ਜਿਹੜੀਆਂ ਇਸ ਸਾਲ ਜਿਨ੍ਹਾਂ ਦਾ ਜਨਮ ਹੋਇਆ, ਉਹਨਾਂ ਦੇ ਸਾਰੇ ਪਰਿਵਾਰ ਇੰਨੇ ਐਕਸਾਈਟਡ ਨੇ। ਉਹ ਬੱਚਿਆਂ ਨੂੰ ਲੈ ਕੇ ਇੱਕ ਜਗ੍ਹਾ ਇੰਨੀ ਵੱਡੀ ਗਿਣਤੀ ਵਿੱਚ ਲੋਹੜੀ ਪੈ ਰਹੀ ਆ। ਇਹ ਫੰਕਸ਼ਨ ਬਹੁਤ ਸਾਲਾਂ ਤੋਂ ਕਰ ਰਹੇ ਆ ਅਸੀਂ ਸਾਰੇ ਦੋਸਤ ਇਕੱਠੇ ਹੋ ਕੇ। ਸਾਡੇ ਮੇਰਾ ਪਿਆਰਾ ਵੀਰ ਇੰਗਲੈਂਡ ਤੋਂ ਪਿੰਦੂ ਜੌਹਲ ਤੇ ਬਾੜਾ ਪਰਿਵਾਰ, ਉਹਨਾਂ ਵੱਲੋਂ ਰਲ ਮਿਲ ਕੇ ਕੀਤਾ ਜਾਂਦਾ ਇਹ। ਤੇ ਇਦਾਂ ਨਹੀਂ ਹੈਗਾ ਕਿ ਡੋਨੇਸ਼ਨ ਇਕੱਠਾ ਕਰਦੇ ਜਾਂ ਕੁਛ, ਉਹਨਾਂ ਦਾ ਆਪਣਾ ਪਿੰਦੂ ਜੌਹਲ ਉਹਨਾਂ ਦਾ ਇਹ ਸਾਰਾ ਹੈਗਾ ਜਿਹੜੀ ਕੋਸ਼ਿਸ਼ ਆ। ਸੋ ਅਸੀਂ ਸਾਰੇ ਨਾਲ ਉਹਨਾਂ ਦੇ ਜੁੜੇ ਹੋਏ ਆ। ਖਾਸ ਤੌਰ ਤੇ ਮੈਂ, ਕਮਲ, ਹੀਰ, ਸੰਗਤਾਰ, ਸਾਡਾ ਇੱਕ ਪਰਿਵਾਰ ਆ। ਸੋ ਇਹ ਇੱਕ ਬਹੁਤ ਮੈਂ ਕਹਿੰਦਾ ਬਰਾਬਰਤਾ ਜਿਹੜੀ ਹੈਗੀ ਆ ਜੈਂਡਰ ਦੀ, ਉਹ ਧੀ ਪੁੱਤ ਦੇ ਫਰਕ ਵਿੱਚ। ਮੇਰਾ ਇੱਕ ਗਾਣਾ ਸੀ, ਮੈਂ ਤੇ ਸੰਗਤਾਰ ਨੇ ਗਾਇਆ ਸੀ, ਨਾ ਕੱਢੀਏ ਮਾਂ ਦੀ ਗਾਲ ਕਦੇ, ਨਾ ਧੀ ਨੂੰ ਮਾੜਾ ਬੋਲੀ ਦਾ। ਤੇ ਉਹਦੇ ਵਿੱਚ ਇੱਕ ਲਾਈਨਾਂ ਸੀ ਕਿ ਬੱਚੇ ਫੁੱਲਾਂ ਵਰਗੇ ਹੁੰਦੇ ਨੇ, ਨਹੀਂ ਖਾਦ ਨਸ਼ੇ ਦੀ ਪਾਈ ਦੀ। ਸਾਰੇ ਖਾਨਦਾਨ ਦਾ ਨਾਂ ਚਮਕੇ, ਧੀ ਵੱਧ ਤੋਂ ਵੱਧ ਪੜ੍ਹਾਈ ਦੀ। ਧੀ ਪੁੱਤ ਵਿੱਚ ਫਰਕ ਨਹੀਂ ਰੱਖੀਦਾ, ਡੱਬਾ ਚੂਰੀ ਦਾ ਜਦ ਖੋਲੀਦਾ। ਤੇ ਨਾ ਕੱਢੀਏ ਮਾਂ ਦੀ ਗਾਲ ਕਦੇ। ਉਹ ਜਿਹੜੀਆਂ ਅਸੀਂ ਚੀਜ਼ਾਂ ਗਾਉਂਦੇ ਆ ਉਹਨਾਂ ਨੂੰ ਸੱਚਾਈ ਵਿੱਚ, ਉਹਨਾਂ ਨੂੰ ਸਾਹਮਣੇ ਰਿਐਲਿਟੀ 'ਚ ਅੱਜ ਅਸੀਂ ਦੇਖ ਰਹੇ ਹਾਂ ਇਹ ਖੁਸ਼ੀ ਹੁੰਦੀ ਆ। ਕਈ ਵਾਰੀ ਨਾ ਇਹ ਸਵਾਲ ਕੀਤਾ ਜਾਂਦਾ ਕਿ ਜਿਹੜੇ ਲਫ਼ਜ਼ ਆ ਉਹ ਤੁਹਾਡੇ ਜਿਹੜੇ ਉਹ ਅਸਰ ਵੀ ਕਰਦੇ ਆ ਸਮਾਜ ਤੇ ਕਈ ਸਾਡੇ ਆਰਟਿਸਟ ਨਹੀਂ ਮੰਨਦੇ। ਉਹ ਕਹਿੰਦੇ ਜੀ ਇਹ ਤਾਂ ਸਿਰਫ ਤੇ ਸਿਰਫ ਐਂਟਰਟੇਨਮੈਂਟ ਆ। ਇਹ ਜਿਹੜਾ ਵੱਡਾ ਫੰਕਸ਼ਨ ਆ ਇਹ ਮੈਂ ਮਾਣ ਨਾਲ ਕਹਿਣਾ, ਜਿਸ ਦਿਨ ਸਾਡਾ ਗਾਣਾ ਆਇਆ ਸੀ ਧੀਆਂ ਬਚਾਓ ਰੁੱਖ ਲਗਾਓ ਪਾਣੀ ਦਾ ਸਤਿਕਾਰ ਕਰੋ, ਉਸ ਗਾਣੇ ਤੋਂ ਪ੍ਰਭਾਵਿਤ ਹੋ ਕੇ ਪਿੰਦੂ ਜੌਹਲ ਸਾਹਿਬ ਮੇਰਾ ਛੋਟਾ ਵੀਰ ਆ, ਉਹਨੇ ਉਸ ਦਿਨ ਤੋਂ ਇਹ ਫੰਕਸ਼ਨ ਕਰਨਾ ਸ਼ੁਰੂ ਕੀਤਾ ਸੀਗਾ। ਸੋ ਜ਼ਰੂਰ ਫਰਕ ਪਾਉਂਦੇ ਆ, ਮੈਂ ਤਾਂ ਇਹ ਗੱਲ ਕਹੂੰਗਾ ਜੀ। ਪਰ ਇਹ ਪਿੰਦੂ ਜੌਹਲ ਹੋਣੀ ਤੁਸੀਂ ਸਾਰੇ ਰਲ ਕੇ ਹੈ ਨਾ ਐਡਾ ਵੱਡਾ ਫੰਕਸ਼ਨ ਕਰਦੇ ਹੋ, ਇੰਨੇ ਪਰਿਵਾਰ ਇੱਥੇ ਆਉਂਦੇ ਆ ਹੈ ਨਾ, ਪਰ ਤੁਹਾਨੂੰ ਲੱਗਦਾ ਹੈ ਕਿ ਸਮਾਜ ਦੇ ਵਿੱਚ ਅਜਿਹੇ ਹੋਰ ਉਪਰਾਲੇ ਹੋਣੇ ਵੀ ਬਹੁਤ ਜ਼ਰੂਰੀ ਹੈ? ਕਿਉਂਕਿ ਜਿੱਥੇ ਕੁਝ ਲੋਕ ਇਹ ਉਪਰਾਲਾ ਕਰਨਾ ਸ਼ੁਰੂ ਕੀਤਾ ਹੈ, ਅਜਿਹੀ ਚੀਜ਼ਾਂ ਹੋਰ ਹੋਣੀ ਜ਼ਰੂਰੀ ਹੈ ਤਾਂ ਕਿ ਹੋਰ ਜਿਹੜੀ ਹੈ ਬਿਲਕੁਲ ਇਸ ਨੂੰ ਸੁਨਿਸ਼ਚਿਤ ਕੀਤਾ ਜਾ ਸਕਦਾ ਹੈ ਕਿ ਹਾਂ ਇਹ ਚੀਜ਼ਾਂ ਹੋਰ ਹੋਣਗੀਆਂ ਤੇ ਕੁੜੀਆਂ ਸੇਫ ਹੈ ਤੇ ਉਹਨਾਂ ਲਈ ਵੀ ਖੁਸ਼ੀ ਉਨੀ ਹੈ। ਬਿਲਕੁਲ, ਮੈਂ ਇਹ ਕਹੂੰਗਾ ਕਿ ਇਹ ਉਪਰਾਲੇ ਥੋੜ੍ਹੇ ਆ ਜੇ। ਜਿਸ ਤਰ੍ਹਾਂ ਇਹ ਹੋ ਰਿਹਾ ਉਪਰਾਲਾ, ਇਸ ਤਰ੍ਹਾਂ ਬਹੁਤ ਵੱਡੇ ਲੈਵਲ ਤੇ ਹੋਣਾ ਚਾਹੀਦਾ। ਇੱਕ ਨਾ ਬੜੀ ਟੈਕਨੀਕਲ ਗੱਲ ਆ, ਤੁਸੀਂ ਮੇਰੇ ਛੋਟੀ ਭੈਣ ਵਾਂਗੂ ਆ। ਆਪਾਂ ਜਦੋਂ ਨਾ ਧੀ ਪੁੱਤ ਦੀ ਸਾਡੇ ਸਟੇਜ ਤੋਂ ਵੀ ਗੱਲ ਕੀਤੀ ਜਾਂਦੀ ਆ, ਪੁੱਤ ਨੂੰ ਪਹਿਲਾਂ ਹੀ ਵੱਡੇ ਲੈਵਲ ਤੇ ਰੱਖ ਲਿਆ ਜਾਂਦਾ ਕਿ ਉਹ ਤਾਂ ਇੱਥੇ ਹੈਗਾ ਹੀ ਆ, ਧੀ ਵੀ ਇਸ ਤੋਂ ਘੱਟ ਨਹੀਂ ਹੈਨਾ। ਪਹਿਲਾਂ ਹੀ ਕਹਿ ਦਿੰਦੇ ਪੁੱਤ ਪਹਿਲਾਂ ਹੀ ਉੱਤੇ ਆ। ਇਹ ਗੱਲ ਗਲਤ ਆ ਨਾ। ਸੋ ਉਹਦਾ ਕੰਪੈਰੀਜ਼ਨ ਨਹੀਂ ਹੈਗਾ। ਧੀ ਵੀ ਧੀ ਪੁੱਤ ਤੋਂ ਵੀ ਉੱਤੇ ਹੋ ਸਕਦੀ ਆ, ਪੁੱਤ ਧੀ ਤੋਂ ਉੱਤੇ ਹੋ ਸਕਦਾ। ਹਰੇਕ
ਪਰਸਨੈਲਿਟੀ ਅਲੱਗ ਆ। ਸੋ ਆਪਾਂ ਜੇ ਪੁੱਤਾਂ ਨੂੰ ਪਹਿਲਾਂ ਹੀ ਰੱਖੀਏ ਵੀ ਧੀਆਂ ਵੀ ਜੀ ਕਿਸੇ ਤੋਂ ਘੱਟ ਨਹੀਂ, ਧੀਆਂ ਨੂੰ ਵੀ ਧੀਆਂ ਤੋਂ ਬਿਨਾ ਸਮਾਜ ਨਹੀਂ ਹੈ, ਇਦਾਂ ਆਪਾਂ ਨਾ ਜਿੱਦਾਂ ਉਹਨਾਂ ਦੀ ਲੋੜ ਜਿਹੀ ਆ ਤਾਂ ਉਹਨਾਂ ਨੂੰ ਪਿਆਰ ਕਰੀਏ, ਇਹ ਨਹੀਂ ਗੱਲ ਹੈ। ਤੇ ਮੇਰਾ ਸਭ ਤੋਂ ਜਿਸ ਤਰ੍ਹਾਂ ਧੀਆਂ ਬਚਾਓ ਰੁੱਖ ਲਗਾਓ ਗਾਣੇ ਤੋਂ ਇਹ ਫੰਕਸ਼ਨ ਸ਼ੁਰੂ ਹੋਇਆ, ਇਸੇ ਤਰ੍ਹਾਂ ਸਾਡੇ ਕਮਲ ਹੀਰ ਦਾ ਇਹ ਬਹੁਤ ਵਿਚਾਰ ਬਹੁਤ ਜ਼ਿਆਦਾ ਕਹਿੰਦਾ ਹੁੰਦਾ, ਉਹ ਕਹਿੰਦਾ ਆਪਣੇ ਘਰ ਤੋਂ ਸ਼ੁਰੂ ਕਰੋ। ਪਹਿਲਾਂ ਮੈਂ ਆਪਣੀ ਮਾਂ ਦੀ ਕਿੰਨੀ ਕਦਰ ਕਰਦਾ, ਮੈਂ ਆਪਣੀਆਂ ਭੈਣਾਂ ਨੂੰ ਕਿੰਨਾ ਪਿਆਰ ਦਿੱਤਾ, ਤੇ ਮੈਂ ਆਪਣੀ ਬੇਟੀ ਆ, ਮੇਰੀ 20 ਸਾਲ ਦੀ ਬੇਟੀ ਆ, ਮੈਂ ਉਹਨੂੰ ਆਪਣੇ ਬੇਟੇ ਦੇ ਬਰਾਬਰ ਕਿੱਥੇ ਰੱਖਦਾ, ਉਹਨੂੰ ਕੀ ਸਹੂਲਤਾਂ ਆ, ਬੇਟੀ ਨੂੰ ਕੀ ਸਹੂਲਤਾਂ, ਮੈਂ ਆਪਣੀ ਘਰ ਵਾਲੀ ਨੂੰ ਕੀ ਪਿਆਰ ਕਰਦਾ, ਹਨਾ। ਤੇ ਇਹ ਸਾਡੀ ਮੈਰਿਜ ਐਨਵਰਸਰੀ ਸੀਗੀ, ਸਾਡੇ ਪਿਆਰੇ ਵੀਰ ਜਿਹੜੇ ਚੌਥੇ ਭਰਾ ਸਾਡੇ ਦੀਪਕ ਬਾਲੀ ਸਾਹਿਬ, ਉਹਨਾਂ ਨੇ ਸਰਪ੍ਰਾਈਜ਼ ਸਾਨੂੰ ਦਿੱਤਾ, ਤੇ ਉਹਨਾਂ ਦਾ ਹੋਟਲ ਜਿਹੜਾ ਉੱਥੇ ਉਹਨਾਂ ਨੇ ਮੈਰਿਜ ਐਨਵਰਸਰੀ ਸਾਡੀ ਮਨਾ ਲਈ। ਤੇ ਜਦੋਂ ਉਹਨਾਂ ਨੇ ਸਾਡੇ ਕੁਝ ਦੋਸਤ 150 ਇਕੱਠੇ ਕਰ ਲਏ, ਤੇ ਇੱਕ ਮੇਰੇ ਦੋਸਤ ਦੀ ਵਾਈਫ ਬਹੁਤ ਪਿਆਰੀ ਹੈਗੀ ਆ ਕੁੜੀ, ਉਹ ਮੇਰੀ ਵਾਈਫ ਨੂੰ ਕਹਿੰਦੀ, ਉਹਨੇ ਮੈਨੂੰ ਆਪ ਦੱਸਿਆ ਕਿ ਕਹਿੰਦੀ ਮੈਨੂੰ ਆਹ ਪੁੱਛਿਆ, ਕਹਿੰਦੀ ਮੈਂ ਉਹਨੂੰ ਆ ਕੇ ਪੁੱਛਿਆ ਵੀ ਭਾਬੀ ਜੀ ਤੁਹਾਨੂੰ ਅੱਜ ਕਿੱਦਾਂ ਦਾ ਮਹਿਸੂਸ ਹੁੰਦਾ, ਤੇ ਉਹ ਕਹਿੰਦੀ ਜਿੱਦਾਂ ਦਾ ਰੋਜ਼ ਮਹਿਸੂਸ ਹੁੰਦਾ। ਇਹ ਮੇਰੇ ਲਈ ਬਹੁਤ ਵੱਡਾ ਕੰਪਲੀਮੈਂਟ ਸੀਗਾ, ਹਨਾ, ਕਿ ਉਹਨੂੰ ਰੋਜ਼ ਚੰਗਾ ਮਹਿਸੂਸ ਹੁੰਦਾ। ਸੋ ਆਪਾਂ ਸਮਾਜ ਨੂੰ ਨਾ ਆਪਣੇ ਘਰ ਤੋਂ ਸ਼ੁਰੂ ਕਰੀਏ, ਤੇ ਸਮਾਜ ਨੂੰ ਸੋਹਣਾ ਬਣਾਉਣ ਲਈ ਜੇ ਹੁਣ ਅਸੀਂ ਕਹਿੰਦੇ ਨਸ਼ੇ ਖਾਧੀਆਂ ਖੁਰਾਕਾਂ ਕੰਮ ਆਉਣੀਆਂ, ਅਸੀਂ ਤਿੰਨੋਂ ਭਰਾ ਖੁਦ ਕੋਈ ਨਸ਼ਾ ਨਹੀਂ ਕਰਦੇ, ਮੈਂ ਟੀਵੀ ਤੇ ਕਹਿ ਰਿਹਾ, ਹਨਾ, ਕਦੇ ਜ਼ਿੰਦਗੀ ਕਰਕੇ ਨਹੀਂ ਛੱਡਿਆ, ਵੀ ਕਹਿੰਦੇ ਪਹਿਲਾਂ ਬੜੀ ਪੀਤੀ ਜੀ, ਕੀਤਾ ਹੀ ਨਹੀਂ ਨਸ਼ਾ, ਸੋ ਕਦੇ ਦੇਖਿਆ ਹੀ ਨਹੀਂ, ਹੱਥ ਹੀ ਨਹੀਂ ਲਾਇਆ ਕਦੇ, ਹਨਾ, ਤਿੰਨਾਂ ਭਰਾਵਾਂ ਨੇ। ਸੋ ਇਸ ਕਰਕੇ ਨਾ ਜੇ ਤੁਸੀਂ ਸਮਾਜ ਵਿੱਚ ਆਪਣੇ ਵੱਲੋਂ ਥੋੜਾ ਥੋੜਾ ਯੋਗਦਾਨ ਪਾਉਂਦੇ ਜਾਓ, ਇਸੇ ਤਰ੍ਹਾਂ ਗਾਣੇ ਸਾਡੇ ਦੇਖ ਲਓ, ਹੁਣ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਗਾਣਾ ਅਸੀਂ 16 ਵਿੱਚ ਗਾਇਆ ਸੀ, ਉਹ ਅੰਦੋਲਨ ਵਿੱਚ ਨੌਜਵਾਨਾਂ ਨੂੰ ਕਿੱਡਾ ਸਟਰੈਂਥ ਦਿੱਤੀ ਆ, ਹਨਾ। ਤੇ ਇਸ ਤਰ੍ਹਾਂ ਆਪਣੇ ਵੱਲੋਂ ਜੋ ਵੀ ਯੋਗਦਾਨ ਪਾ ਸਕਦੇ ਹੋ ਪਾਇਆ ਜਾਵੇ। ਜੀ ਵਾਰਾ ਸਾਹਿਬ ਤੁਸੀਂ ਗੱਲ ਕੀਤੀ ਤੁਹਾਡੀ 20 ਸਾਲਾਂ ਦੀ ਬੇਟੀ ਹੈ ਨਾ, ਹਰ ਇੱਕ ਮੈਂ ਕੁੜੀ ਨਹੀਂ ਕਹੂੰਗੀ ਜਾਂ ਮੁੰਡਾ ਨਹੀਂ ਕਹੂੰਗੀ, ਹਰ ਇੱਕ ਬੱਚੇ ਦੇ ਸੁਪਨੇ ਹੁੰਦੇ ਹੈ ਨਾ, ਜਦੋਂ ਛੋਟਾ ਹੁੰਦਾ ਹੈ, ਜਦੋਂ ਆਪਣੀ ਟੀਨੇਜ ਵਿੱਚ ਆਉਂਦਾ ਹੈ, ਬਹੁਤ ਸਾਰੇ ਸੁਪਨੇ ਦੇਖਦਾ ਹੈ। ਤੁਹਾਡੀ ਬੇਟੀ ਕੀ ਸੁਪਨੇ ਦੇਖਦੀ, ਮੈਂ ਨਾਮ ਜਾਨਣਾ ਚਾਹੂੰਗੀ ਨਾ, ਦਾ ਨਾਮ ਕੀ ਹੈ? ਉਹਦਾ ਨਾਮ ਹੈ ਸਾਇਆ ਹੀਰ। ਹਾਂ, ਹੀਰ ਸਾਡਾ ਲਾਸਟ ਨੇਮ ਆ, ਵਾਰਸ ਮੇਰਾ ਤਖੱਲਸ ਆ। ਕਈ ਪੁੱਛਦੇ ਆ ਕਮਲ ਹੀਰ ਆ, ਇਹ ਵਾਰਸ ਹੈ ਭਰਾ ਯਾਰ ਕਿੱਦਾਂ, ਮੇਰਾ ਨਾਂ ਕਾਗਜ਼ਾਂ ਵਿੱਚ ਮਨਮੋਹਨ ਹੀਰ ਆ, ਤੇ ਸੋ ਸਾਇਆ ਹੀਰ ਉਹਦਾ ਨਾਂ ਆ ਮੇਰੀ ਬੇਟੀ ਦਾ, ਅਮਰ ਮੇਰੇ ਬੇਟੇ ਦਾ ਨਾਂ ਆ ਅਮਰ ਹੀਰ, ਤੇ ਉਹ ਬਹੁਤ ਪਿਆਰੀ ਬੇਟੀ ਆ ਸਾਡੀ ਉਹ। ਤੇ ਮੈਂ ਉਹਦੀਆਂ ਦੋ ਗੱਲਾਂ ਤੁਹਾਨੂੰ ਦੱਸੂਗਾ। ਜਦੋਂ ਨਾ 7th ਗ੍ਰੇਡ ਤੱਕ ਨਾ ਸਾਡੇ ਹੈਗਾ ਹੁੰਦਾ ਆ ਆਪਣਾ ਪ੍ਰਾਇਮਰੀ ਸਕੂਲ, 8th ਗ੍ਰੇਡ 'ਚ ਨਾ ਹਾਈ ਸਕੂਲ 'ਚ ਜਾਂਦੇ ਆ। ਜਦੋਂ 7th ਗ੍ਰੇਡ 'ਚ ਵਿਦਾਇਗੀ ਪਾਰਟੀ ਹੋਈ ਨਾ, ਅਸੀਂ ਗਏ ਉੱਥੇ, ਜਿਹੜੀ ਸਕੂਲ ਦਾ ਪ੍ਰਿੰਸੀਪਲ ਕੁੜੀ ਸੀਗੀ, ਸਕੂਲ ਦੀ ਪ੍ਰਿੰਸੀਪਲ ਸੀ, ਜਦੋਂ ਸਾਇਆ ਦੀ ਵਾਰੀ ਆਈ, ਉਹ ਕਹਿੰਦੀ ਸਾਨੂੰ ਇਦਾਂ ਲੱਗ ਰਿਹਾ ਸਾਡਾ ਇੱਕ ਸਟਾਫ ਮੈਂਬਰ ਚੱਲਿਆ। 7ਵੀਂ ਕਲਾਸ 'ਚ, ਤੇ ਉਹ ਕਹਿੰਦੇ ਸਟਾਫ ਮੈਂਬਰ ਸਾਡਾ ਸਾਡੇ ਕੋਲੋਂ ਚੱਲਿਆ। ਇੰਨੀ ਉਹ ਕੇਅਰ ਕਰਦੀ ਆਲੇ ਦੁਆਲੇ ਲੋਕਾਂ ਦੀ, ਤੇ ਉਹ ਸਟੱਡੀ ਉਹ ਨਾ ਟੀਚਿੰਗ ਲਾਈਨ ਵਿੱਚ ਜਾਣਾ ਚਾਹੁੰਦੇ ਆ, ਤੇ ਉਹਦਾ ਸਬਜੈਕਟ ਜੇ ਤੋਂ ਸਾਰੇ ਨਿਆਣੇ ਡਰਦੇ, ਉਹਦਾ ਫੇਵਰਿਟ ਸਬਜੈਕਟ ਆ ਮੈਥ ਵਿੱਚ ਉਹ ਮਾਸਟਰ ਕਰਨੀ ਚਾਹੁੰਦੀ। ਬਹੁਤ ਬਹੁਤ ਖੂਬ। ਤੇ ਤੁਹਾਡਾ ਬੇਟਾ ਉਹ ਕਿੰਨਾ ਕੁ ਵੱਡਾ ਹੈ ਸਾਇਆ ਤੋਂ ਕਿ ਛੋਟਾ? ਹਾਂਜੀ, ਉਹ ਸਾਇਆ ਤੋਂ ਵੱਡਾ ਆ 2 ਸਾਲ, ਉਹ 23 ਹੋ ਗਿਆ ਆ। ਉਹਨੇ UBC ਸਾਡੇ ਬਹੁਤ ਵੱਡੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਆ ਆਰਟਸ ਵਿੱਚ, ਤੇ ਹੁਣ ਸਾਈਬਰ ਸਿਕਿਉਰਿਟੀ ਦੇ ਵਿੱਚ ਉਹ ਅੱਗੇ ਮਾਸਟਰ ਕਰਦਾ ਜੀ। ਵੈਸੇ ਤਾਂ ਹੁੰਦਾ ਹੈ ਕਿ ਜ਼ਿਆਦਾਤਰ ਪੇਰੈਂਟਸ ਆਂਦੇ ਜਿਸ ਪ੍ਰੋਫੈਸ਼ਨ ਵਿੱਚ ਮੈਂ ਹੈਗਾ, ਹੈ ਨਾ, ਮੇਰੇ ਬੱਚੇ ਵੀ ਅੱਗੇ ਜਾਣ ਉਹਦੇ ਵਿੱਚ, ਜਾਂ ਕਈ ਵਾਰ ਪੇਰੈਂਟਸ ਬਹੁਤ ਸੁਪਨੇ ਦੇਖਦੇ। ਤੁਸੀਂ ਇਹ ਸੁਪਨਾ ਦੇਖਿਆ ਸੀ ਕਿ ਮੈਂ ਅਗਰ ਗਾਇਕੀ ਵਿੱਚ ਆ, ਭਰਾ ਗਾਇਕੀ ਵਿੱਚ ਨੇ, ਤੇ ਬੱਚੇ ਵੀ ਗਾਇਕੀ ਵਿੱਚ ਆਉਣ? ਨਹੀਂ, ਇਦਾਂ ਸਾਡੇ ਘਰ 'ਚ ਗਾਇਕੀ ਦਾ ਮਾਹੌਲ ਆ, ਸੋ ਬੱਚੇ ਵੀ ਗਾਇਕੀ, ਮੇਰੀ ਬੇਟੀ ਗਿਟਾਰ ਵਜਾਉਂਦੀ ਆ, ਬੇਟਾ ਮੇਰਾ ਪਿਆਨੋ ਕੀਬੋਰਡ, ਸਾਡੇ ਨਾਲ ਸਟੇਜਾਂ ਤੇ ਵੀ ਜਾਂਦਾ ਆ ਉਹ, ਪਰ ਉਹਨੇ ਗਾਇਕੀ 'ਚ ਨਹੀਂ ਆਉਣਾ, ਬਿਲਕੁਲ ਨਹੀਂ। ਉਹ ਕਹਿੰਦਾ ਮੇਰਾ ਕੋਈ ਇੰਟਰਸਟ ਨਹੀਂ ਹੈਗਾ। ਅੱਜ ਵੀ ਆ ਸਾਰੇ ਬੱਚਿਆਂ ਦੀ ਅਸੀਂ ਲੋਹੜੀ ਪਾ ਰਹੇ ਆ, ਇਹਨਾਂ ਨੂੰ ਮੇਰੀ ਬੇਨਤੀ ਆ ਪਰਿਵਾਰਾਂ ਨੂੰ, ਉਹਨਾਂ ਨੂੰ ਪ੍ਰੈਸ਼ਰਾਈਜ਼ ਨਾ ਕਰੋ, ਉਹਨਾਂ ਨੂੰ ਖੁੱਲੇ ਛੱਡ ਦਿਓ, ਉਹ ਜੋ ਚਾਹੁੰਦੇ। ਸਾਡੇ ਮਾਂ-ਬਾਪ ਪੇਂਡੂ ਮਾਂ-ਬਾਪ ਸੀਗੇ, ਤੇ ਅਸੀਂ ਜੱਟ ਪਰਿਵਾਰ 'ਚ ਅਸੀਂ ਜੱਟਾਂ ਦੇ ਗਾਣੇ ਬਹੁਤ ਘੱਟ ਗਾਉਂਦੇ ਆ, ਉਹਦਾ ਅਸੀਂ ਖੇਤੀਬਾੜੀ ਕਰਨ ਵਾਲਾ ਪਰਿਵਾਰ ਆ। ਸੋ ਉਹਨਾਂ ਦਿਨਾਂ ਵਿੱਚ ਅਸੀਂ ਸੰਗੀਤ ਸਿੱਖਿਆ ਤਿੰਨਾਂ ਭਰਾਵਾਂ ਨੇ, ਸਾਡੇ ਪਿਤਾ ਨੇ ਸਾਨੂੰ ਰੋਕਿਆ ਨਹੀਂ ਕਦੇ ਵੀ। ਤੇ ਇੱਕ ਵਾਰੀ ਨਾ ਮੈਂ ਜਦੋਂ ਪਲੱਸ 2 ਨਹੀਂ ਉਦੋਂ ਹੁੰਦੇ ਸੀਗੇ, ਉਦੋਂ ਹਾਇਰ ਸੈਕੰਡਰੀ ਹੁੰਦੀ ਸੀ ਮੇਰੀ ਵਾਰੀ, ਤੇ ਜਦੋਂ ਮੈਂ ਕਾਲਜ 'ਚ ਐਡਮਿਸ਼ਨ ਲਿਆ ਨਾ, ਤੇ ਮੈਨੂੰ ਇੱਕ ਟੀਚਰ ਮੇਰਾ ਪੁਰਾਣਾ ਕਹਿੰਦਾ ਤੂੰ ਕੀ ਕਰਨ ਲੱਗਾ? ਮੈਂ ਕਿਹਾ ਮੈਂ ਨਾ ਗਵਰਨਮੈਂਟ ਕਾਲਜ ਹੁਸ਼ਿਆਰਪੁਰ ਚਲ ਗਿਆ, ਮੈਂ ਮਿਊਜ਼ਿਕ ਰੱਖਿਆ, ਆਰਟਸ ਰੱਖਿਆ, ਕਿਉਂਕਿ ਮੈਂ
ਮਿਊਜ਼ਿਕ ਰੱਖਣਾ ਚਾਹੁੰਦਾ ਆ ਤੇ ਕਹਿੰਦਾ ਜਿਹੜਾ ਫਲਾਨਾ ਟੀਚਰ ਆ ਉਹਦੇ ਮੁੰਡਾ, ਹੁਣ ਮੈਂ ਨਾਂ ਨਹੀਂ ਲੈਣਾ, ਕਹਿੰਦਾ ਉਹਦਾ ਕੀ ਕਰਨ ਲੱਗਾ, ਉਹਨੂੰ ਬਹੁਤ ਵੱਡੀ ਡਿਗਰੀ ਦਾ ਨਾਂ ਲਿਆ ਕਿ ਟੈਕਸਟਾਈਲ ਟੈਕਨੋਲੋਜੀ ਦਾ ਆਹ ਡਿਗਰੀ ਕਰਨ ਚੱਲਿਆ। ਤੇ ਉਹਨਾਂ ਨਾਲ ਦੇ ਟੀਚਰ ਨੂੰ ਕਹਿੰਦਾ ਇਹ ਫਰਕ ਹੁੰਦਾ ਇੱਕ ਪੜ੍ਹੇ ਲਿਖੇ ਮਾਂ-ਬਾਪ ਦਾ ਤਾਂ ਅਨਪੜ੍ਹ ਮਾਂ-ਬਾਪ ਦਾ। ਤੇ ਜਦੋਂ ਹੁਣ ਮੈਨੂੰ ਉਹ ਟੀਚਰ ਰਿਟਾਇਰ ਹੋ ਗਿਆ, ਮੈਨੂੰ ਮਿਲਦੇ ਹੁੰਦੇ ਆ, ਮੈਂ ਕਿਹਾ ਸਾਡੇ ਜਿਹੜੇ ਪੇਂਡੂ ਮਾਂ-ਬਾਪ ਸੀਗੇ ਉਹਨਾਂ ਦੀ ਆਸ਼ੀਰਵਾਦ ਨਾਲ ਅਸੀਂ ਕਾਮਯਾਬ ਹੋ ਗਏ ਹਾਂ, ਪਰ ਤੁਸੀਂ ਉਦੋਂ ਐਪਰੀਸ਼ੀਏਟ ਨਹੀਂ ਕੀਤਾ ਸੀਗਾ। ਪਰ ਬੱਚੇ ਦਾ ਨਾ ਜਿਹੜਾ ਇੰਟਰਸਟ ਆ ਉਹਨੂੰ ਪਹਿਚਾਣੋ ਤੇ ਉਹਨੂੰ ਉਧਰ ਜਾਣ ਦਿਓ। ਅੱਜ ਵੀ ਮੈਂ ਇਹੀ ਸੁਨੇਹਾ ਦਊਂਗਾ ਸਾਰੀਆਂ ਬੱਚੀਆਂ ਦੇ ਮਾਤਾ ਪਿਤਾ ਨੂੰ। ਜੀ ਜਾਂਦੇ ਇਹ ਸਵਾਲ ਜ਼ਰੂਰ ਪੁੱਛਣਾ ਚਾਹਾਂਗੀ। ਵੈਸੇ ਤਾਂ ਇਹ ਸਵਾਲ ਮੈਨੂੰ ਲੱਗਦਾ ਕਿ ਜੇ ਪੁੱਛਾਂ ਤੇ ਤਰਾਸਦੀ ਆ ਹਜੇ ਵੀ, ਜੇ ਇਸ ਸਦੀ ਦੇ ਵਿੱਚ ਜੇ ਅਸੀਂ ਇਹ ਗੱਲ ਕਰਾਂਗੇ। ਪਰ ਫਿਰ ਵੀ ਤੁਹਾਨੂੰ ਕੀ ਲੱਗਦਾ ਕੀ ਸਥਿਤੀ ਹੈ ਇਸ ਵੇਲੇ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਕੁੜੀਆਂ ਦੀ? ਕਿਉਂਕਿ ਬਾਹਰ ਦੇ ਦੇਸ਼ਾਂ ਵਿੱਚ ਅਸੀਂ ਦੇਖਦੇ ਹਾਂ ਕਿ ਖੁੱਲ੍ਹ ਹੈ ਕੁੜੀਆਂ ਨੂੰ, ਉੱਥੇ ਆਜ਼ਾਦੀ ਹੈ, ਉਹਨਾਂ ਨੂੰ ਜੋ ਕਰਨਾ ਚਾਹੁੰਦੀ ਆਪਣੀ ਮਰਜ਼ੀ ਨਾਲ ਆਪਣੇ ਜੋ ਵੀ ਉਹਨਾਂ ਦੇ ਗੋਲਸ ਹੈਗੇ ਅਚੀਵ ਕਰ ਸਕਦੇ ਆ, ਜਾਂ ਆਪਣੇ ਜਿੰਨੇ ਵੀ ਉਹਨਾਂ ਨੇ ਪਲਾਨਸ ਹੈਗੇ ਉਹ ਕਰ ਸਕਦੀਆਂ, ਆਪਣੇ ਆਪ ਆਪਣਾ ਡਿਸੀਜਨ ਲੈ ਸਕਦੀਆਂ। ਬਟ ਤੁਹਾਨੂੰ ਕੀ ਲੱਗਦਾ ਇੱਥੇ ਕੀ ਸਥਿਤੀ ਹੈ? ਇੱਥੇ ਸਥਿਤੀ ਚਿੰਤਾਜਨਕ ਆ, ਕਿਉਂਕਿ ਤੁਸੀਂ ਦੇਖੋ ਫੀਲਡ ਵਿੱਚ ਵਿਚਰਦੇ ਆ ਹਨਾ, ਤੁਸੀਂ ਬਹੁਤ ਵੱਡਾ ਨਾਮ ਬਣਾਇਆ ਹਨਾ, ਕਿੱਡੇ ਵੱਡੇ ਅਦਾਰੇ ਨਾਲ ਜੁੜੇ ਹੋਏ ਆ, ਪਰ ਤੁਸੀਂ ਵੇਖ ਰਹੇ ਆ ਤੁਹਾਨੂੰ ਮੁਸ਼ਕਲਾਂ ਮੁੰਡਿਆਂ ਨਾਲੋਂ ਡਿਫਰੈਂਟ ਆਉਂਦੀਆਂ ਆ ਹਨਾ। ਤੇ ਇੱਥੇ ਨਾ ਅਜੇ ਉਹ ਐਟਮੋਸਫੇਅਰ ਬਣਿਆ ਨਹੀਂ ਹੈਗਾ ਕੁੜੀਆਂ ਲਈ ਅੱਗੇ ਵਧਣ ਦੇ। ਜਿਹੜੀਆਂ ਕੁੜੀਆਂ ਵੱਧ ਜਾਂਦੀਆਂ ਤੁਹਾਡੇ ਵਰਗੀਆਂ ਬਹੁਤ ਹੌਸਲੇ ਵਾਲੀਆਂ ਹੁੰਦੀਆਂ, ਇੱਕ ਨਾਰਮਲ ਕੁੜੀ ਲਈ ਅੱਗੇ ਵਧਣਾ ਬਹੁਤ ਮੁਸ਼ਕਲ ਆ। ਤੇ ਉਹਦੇ ਵਿੱਚ ਜਿੱਥੇ ਸਰਕਾਰਾਂ ਨੂੰ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਆ, ਤੇ ਉੱਥੇ ਇੱਕ ਸਭ ਤੋਂ ਵੱਡੀ ਮੇਰੀ ਇੱਕ ਵੱਖਰੀ ਸੋਚ ਹੀ ਆ, ਸੁਸਾਇਟੀ ਨੂੰ ਨਿਭਾਉਣੀ ਚਾਹੀਦੀ ਆ। ਜ਼ਰੂਰੀ ਵੀ ਹੈ। ਜਦੋਂ ਇੱਕ ਪੁੱਤਰ ਨੂੰ ਨਾ ਆਪਣੀ ਮਾਂ ਦੀ ਕਦਰ ਕਰਨੀ ਤੇ ਆਪਣੀ ਭੈਣ ਦੀ ਕਦਰ ਕਰਨੀ ਨਹੀਂ ਸਿਖਾਈ ਜਾਂਦੀ, ਉਹ ਬਾਹਰ ਦੂਜੀ ਕੁੜੀ ਦੀ ਵੀ ਕਦਰ ਨਹੀਂ ਕਰੂਗਾ। ਜਦੋਂ ਇੱਕ ਪਿਤਾ ਨੂੰ ਇੱਕ ਪੁੱਤਰ ਵੇਖਦਾ ਕਿ ਉਹ ਮੇਰੀ ਮਾਂ ਨਾਲ ਕਿਸ ਤਰ੍ਹਾਂ ਪੇਸ਼ ਆਉਂਦਾ ਆ, ਤੇ ਉਹ ਆਪਣੀ ਘਰਵਾਲੀ ਨਾਲ, ਆਪਣੀ ਭੈਣ ਨਾਲ, ਤੇ ਇੱਕ ਥਰਡ ਜਿਹੜੀ ਪਾਰਟੀ ਕੁੜੀ ਉਹਨੂੰ ਰੋਡ ਤੇ ਮਿਲੂਗੀ, ਉਹ ਕਹੂਗਾ ਕਿ ਔਰਤਾਂ ਨਾਲ ਇਦਾਂ ਹੀ ਕਿਉਂਕਿ ਮੇਰਾ ਪਿਤਾ ਇਦਾਂ ਕਰਦਾ, ਉਹਦੇ DNA ਵਿੱਚ, ਉਹਦੇ ਖੂਨ ਵਿੱਚ ਉਹ ਚੀਜ਼ ਰਚ ਜਾਊਗੀ। ਮੇਰਾ ਇਹ ਮੰਨਣਾ ਆ, ਮੈਂ ਕਰ ਕੁਝ ਨਹੀਂ ਸਕਦਾ, ਮੈਂ ਤਾਂ ਸੁਨੇਹਾ ਦੇ ਸਕਦਾ ਹਨਾ। ਸੋ ਆਪਣੇ ਪਹਿਲਾਂ ਪੁੱਤਰਾਂ ਨੂੰ ਔਰਤ ਜ਼ਾਤ ਦੀ ਕਦਰ ਕਰਨੀ ਸਿਖਾਓ, ਆਪਣੇ ਆਪ ਸੁਸਾਇਟੀ ਠੀਕ ਹੋ ਜਾਊਗੀ। ਕੰਮ ਬਹੁਤ ਵੱਡਾ ਆ, ਪਰ ਆਪਣੇ ਘਰ ਤੋਂ ਸ਼ੁਰੂ ਕਰ ਲਓ। ਜਿਵੇਂ ਕਿ ਕਮਲ ਜੀ ਕਹਿੰਦੇ ਕਿ ਘਰ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ, ਘਰ ਤੋਂ ਸ਼ੁਰੂ ਕਰੀਏ। ਉੱਥੇ ਹੀ ਆ ਗਈ ਗੱਲ ਫੇਰ ਮੁੜ ਕੇ ਹਨਾ। ਮੈਂ ਅੱਜ ਵੀ ਇਹੀ ਸੁਨੇਹਾ ਦਊਂਗਾ ਕਿ ਜਦੋਂ ਜਿਹੜੇ ਮੁੰਡੇ ਆ ਉਹਨਾਂ ਦੇ ਦਿਲਾਂ ਵਿੱਚ ਆਪਣੀ ਮਾਂ ਦੀ ਕਦਰ ਕਰਨੀ, ਆਪਣੀ ਭੈਣ ਦੀ, ਤੇ ਜਿਹੜਾ ਪਿਤਾ ਆ ਉਹ ਜਿਸ ਤਰ੍ਹਾਂ ਪੇਸ਼ ਆ ਰਿਹਾ ਆਪਣੀ ਘਰਵਾਲੀ ਨਾਲ, ਜਿਹੜਾ ਉਹਦਾ ਮੁੰਡਾ ਆ ਉਹ ਵਾਚ ਕਰ ਰਿਹਾ। ਹਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ। ਸਾਡੇ ਵਿਊਅਰਸ ਨੂੰ ਜਾਂਦੇ ਕੀ ਸੁਨੇਹਾ ਦੋਗੇ? ਵੈਸੇ ਤਾਂ ਸੁਨੇਹਾ ਤੁਸੀਂ ਦੇ ਹੀ ਚੁੱਕੇ ਹੋ, ਪਰ ਕੀ ਕਹਿਣਾ ਚਾਹੋਗੇ ਜਾਂਦੇ? ਸਾਡੇ ਤਾਂ ਗੀਤ ਹੀ ਬਹੁਤੇ ਸੁਨੇਹਾ ਵਾਲੇ ਹੁੰਦੇ ਆ। ਸੋ ਸੁਨੇਹਾ ਤਾਂ ਅੱਜ ਜਿਹੜੀ ਚੀਜ਼ ਨੂੰ ਆਪਾਂ ਇਕੱਠੇ ਹੋਏ ਆ ਉਹਦੇ ਨਾਲ ਹੀ ਰਲਦਾ ਮਿਲਦਾ ਮੈਂ ਦੇਣਾ ਚਾਹੁੰਦਾ ਕਿ ਜਿਹੜਾ ਇੱਕ ਫੰਕਸ਼ਨ ਨਾ ਇਹ ਰਹਿ ਜਾਵੇ। ਇਹ ਜਿਹੜਾ ਅੱਜ ਦਾ ਸਾਡਾ ਧੀਆਂ ਦੀ ਲੋਹੜੀ ਆ, ਇੱਕ ਮੈਸੇਜ ਲੈ ਕੇ ਜਾਵੇ ਸੁਸਾਇਟੀ ਵਿੱਚ। ਸਾਡੇ ਗੁਰੂ ਸਾਹਿਬਾਨਾਂ ਨੇ ਕਿਹੜੇ ਸਮੇਂ 'ਚ ਦੇਖ ਲਓ ਕਿੱਡਾ ਵੱਡਾ ਇੱਕ ਗੱਲ ਕਹੀ ਸੀ ਕਿ ਧੀਆਂ ਦੀ, ਮਾਂ ਦੀ, ਔਰਤ ਜ਼ਾਤ ਦੀ ਇੱਜ਼ਤ ਕਰੋ। ਉਸ ਵੇਲੇ ਕੀ ਹਾਲਾਤ ਹੁੰਦੇ ਹੋਣਗੇ ਹਨਾ। ਤੇ ਅਮਰੀਕਾ 'ਚ ਤਾਂ ਜੇ ਕੁਝ ਸਾਲ ਪਹਿਲਾਂ ਜੇ ਵੋਟ ਦਾ ਅਧਿਕਾਰ ਮਿਲਿਆ ਹਨਾ, ਤੇ ਸੋ ਇਸ ਕਰਕੇ ਸਾਡੀ ਤਾਂ ਇੱਥੇ ਗੁਰੂਆਂ ਨੇ ਇੰਨੇ ਸਦੀਆਂ ਪਹਿਲਾਂ ਸਾਨੂੰ ਔਰਤ ਜ਼ਾਤ ਦੀ ਕਦਰ ਕਰਨੀ ਸਿਖਾਈ ਆ। ਸੋ ਪੰਜਾਬ ਤੋਂ ਇਹ ਸ਼ੁਰੂਆਤ ਹੋਵੇ, ਧੀਆਂ ਪੁੱਤਰ ਨੂੰ ਬਰਾਬਰ ਨਜ਼ਰ ਨਾਲ ਵੇਖਿਆ ਜਾਵੇ। ਧੀਆਂ ਜਿਹੜੀ ਤਰੱਕੀ ਕਰਨੀਆਂ ਚਾਹੁੰਦੀਆਂ ਉਹਦੇ ਮੋਹਰੇ ਰੁਕਾਵਟ ਨਾ ਕੋਈ ਹੋਵੇ। ਸੁਸਾਇਟੀ ਦੀ ਜਾਂ ਰਸਮਾਂ ਰਿਵਾਜ਼ਾਂ ਦੀ, ਜਿਹੜੇ ਸਾਡੇ ਪੁਰਾਤਨ ਰਸਮ ਰਿਵਾਜ਼ ਆ ਉਹ ਬਹੁਤ ਵਧੀਆ ਵੀ ਹੁੰਦੇ, ਪਰ ਕਈ ਰੂੜੀਵਾਦੀ ਹੁੰਦੇ ਆ, ਉਹਨਾਂ ਨੂੰ ਜ਼ਰੂਰ ਆਪਾਂ ਦੂਰ ਕਰੀਏ। ਇਹ ਮੇਰਾ ਕਹਿਣਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਧੰਨਵਾਦ। ਸੋ ਇਸ ਇਨਸਾਨ ਦਾ ਮਨਮੋਹਨ ਵਾਰਿਸ। ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ, YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ।